ਮੈਂ ਅੱਜ ਬਹੁਤ ਹੀ ਖੁਸ਼ ਹਾਂ ਕਿ ਤੁਸੀਂ ਵਾਪਸ ਇਸ ਸੈਸ਼ਨ ਦੇ ਵਿੱਚ ਆਏ ਹੋ ਤੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਅਸੀਂ ਪ੍ਰਭੂ ਦੇ ਵਿੱਚ ਵੱਧ ਸਕਦੇ ਹਾਂ। ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀਗੀ ਇਹ ਵਿਅਕਤੀਗਤ ਸਬੰਧਾਂ ਦੇ ਬਾਰੇ 'ਚ ਤੇ ਇਸ ਹਫਤੇ ਮੈਂ ਗੱਲ ਕਰਨਾ ਚਾਹੁੰਦਾ ਛੋਟੇ ਸਮੂਹਾਂ ਦੇ ਬਾਰੇ 'ਚ। ਵਿਅਕਤੀਗਤ ਸਬੰਧ ਬਹੁਤ ਹੀ ਮਹੱਤਵਪੂਰਨ ਨੇ ਪਰ ਛੋਟੇ ਸਮੂਹ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ। ਇੱਕ ਹੀ ਵਿਅਕਤੀ ਆ ਅਸੀਂ ਜਿਹਦੇ ਪਿੱਛੇ ਚੱਲ ਰਹੇ ਹਾਂ, ਉਹ ਹੈ ਪ੍ਰਭੂ ਯੀਸ਼ੂ। ਸਾਨੂੰ ਆਤਮਿਕ ਮਾਵਾਂ ਅਤੇ ਆਤਮਿਕ ਪਿਤਾਵਾਂ ਦੀ ਜ਼ਰੂਰਤ ਹੁੰਦੀ ਹੈ ਜੋ ਸਾਡੀ ਮਦਦ ਕਰ ਸਕਣ ਕਿ ਅਸੀਂ ਮਸੀਹ ਦੇ ਵਿੱਚ ਅੱਗੇ ਵੱਧ ਸਕੀਏ। ਪਰ ਤੁਸੀਂ ਵੇਖੋ ਸਾਡੇ ਵਿੱਚੋਂ ਕੋਈ ਵੀ ਇੰਨਾ ਸਿੱਧ ਨਹੀਂ ਹੈ ਕਿ ਉਹ ਮਸੀਹ ਵਰਗਾ ਹੋ ਸਕੇ, ਕਿਉਂਕਿ ਸਾਡੇ ਸਾਰਿਆਂ ਦੇ ਵਿੱਚ ਕਮੀਆਂ ਨੇ। ਇਸੇ ਕਰਕੇ ਪ੍ਰਭੂ ਦੀ ਵੱਡੀ ਦੇਹ ਹੈ ਜਿਹਨੂੰ ਅਸੀਂ ਮਸੀਹ ਦੀ ਦੇਹ ਆਖਦੇ ਹਾਂ। ਵੇਖੋ ਤੁਸੀਂ ਇੱਕ ਛੋਟੇ ਸਮੂਹ ਦੇ ਵਿੱਚ ਕੁਝ ਲੋਕਾਂ ਨੂੰ ਵੇਖ ਸਕਦੇ ਜਿਨ੍ਹਾਂ ਦੇ ਵਿੱਚ ਮਸੀਹ ਦੇ ਕੁਝ ਗੁਣ ਹੋਣਗੇ, ਕਿਸੇ ਦੂਜੇ 'ਚ ਕੋਈ ਹੋਰ ਗੁਣ ਹੋਵੇਗਾ। ਇਸ ਲਈ ਉਹ ਛੋਟਾ ਸਮੂਹ ਜਿਹੜਾ ਹੈ ਉਹ ਬਹੁਤ ਹੀ ਮਹੱਤਵਪੂਰਨ ਹੋ ਜਾਂਦਾ ਹੈ ਅਤੇ ਇਸੇ ਕਰਕੇ ਅਸੀਂ ਇਹਦੀ ਮਹੱਤਤਾ ਦੇ ਬਾਰੇ ਗੱਲ ਕਰਨਾ ਚਾਹੁੰਦੇ। ਅੱਜ ਦੇ ਦਿਨ 'ਚ ਅਸੀਂ ਛੋਟੇ ਸਮੂਹਾਂ ਦੇ ਬਾਰੇ 'ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਬਾਈਬਲ ਦੀ ਨੀਂਹ ਦੱਸਣਾ ਚਾਹੁੰਦਾ ਛੋਟੇ ਸਮੂਹਾਂ ਦੇ ਪਿੱਛੇ, ਅਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਕੁਝ ਵਿਵਹਾਰਿਕ ਟਿੱਪਣੀਆਂ ਦੇਣਾ ਚਾਹਾਂਗਾ ਜਿਹੜੀਆਂ ਤੁਹਾਡੀ ਰਿਸ਼ਤਿਆਂ ਨੂੰ ਬਣਾਉਣ 'ਚ ਮਦਦ ਕਰਨਗੀਆਂ। ਸਭ ਤੋਂ ਪਹਿਲੀ ਗੱਲ ਇਹ ਕਿ ਇਸ ਛੋਟੇ ਸਮੂਹ ਰਿਸ਼ਤਿਆਂ ਦੇ ਬਾਰੇ 'ਚ ਨੇ। ਸਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਹੁੰਦਾ ਹੈ, ਸਾਡਾ ਇੱਕ ਦੂਜੇ ਦੇ ਨਾਲ ਰਿਸ਼ਤਾ ਹੁੰਦਾ ਹੈ ਤੇ ਹੁਣ ਸਾਡਾ ਪਰਮੇਸ਼ਰ ਨਾਲ ਰਿਸ਼ਤਾ ਹੋ ਗਿਆ ਹੈ। ਪਰ ਸਵਾਲ ਇਹ ਹੈ ਅਸੀਂ ਇਹ ਰਿਸ਼ਤੇ 'ਚ ਵਧਾਂਗੇ ਕਿਵੇਂ? ਅਸੀਂ ਦੂਸਰੇ ਲੋਕਾਂ ਦੇ ਸੰਦਰਭ ਦੇ ਵਿੱਚ ਹੀ ਵਧਦੇ ਹਾਂ। ਪਰਮੇਸ਼ਰ ਨੇ ਸਾਨੂੰ ਐਵੇਂ ਗ੍ਰਹਿ 'ਚ ਨਹੀਂ ਰੱਖ ਦਿੱਤਾ, ਉਹਨੇ ਸਾਨੂੰ ਲੋਕ ਦਿੱਤੇ ਨੇ ਅਤੇ ਕੁਝ ਬਹੁਤ ਹੀ ਅਨੋਖੇ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਿਲੋਗੇ ਉਹ ਹੋਣਗੇ ਜਿਹੜੇ ਯੀਸ਼ੂ ਨੂੰ ਪਿਆਰ ਕਰਦੇ ਨੇ ਜਿਵੇਂ ਤੁਸੀਂ ਯੀਸ਼ੂ ਨੂੰ ਪਿਆਰ ਕਰਦੇ ਹੋ। ਉਹ ਲੋਕ ਜਿਹੜੇ ਯੀਸ਼ੂ ਮਸੀਹ 'ਚ ਉਸ ਤਰੀਕੇ ਨਾਲ ਵੱਧ ਰਹੇ ਨੇ ਜਿਵੇਂ ਤੁਸੀਂ ਵੱਧ ਰਹੇ ਹੋ। ਇਸ ਕਰਕੇ ਛੋਟਾ ਸਮੂਹ ਬਹੁਤ ਮਹੱਤਵਪੂਰਨ ਹੈ। ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਇਹਦੇ ਬਾਰੇ ਦੱਸਣਾ ਚਾਹੁੰਦਾ ਹਾਂ। ਤੇ ਵੇਖੋ ਪੁਰਾਣੇ ਨੇਮ ਦੇ ਵਿੱਚ ਸਾਡੇ ਕੋਲ ਮੂਸਾ ਹੈ ਜਿਨੇ ਲੋਕਾਂ ਨੂੰ ਬੰਦਵਾਈ ਤੋਂ ਛੁਡਾਇਆ ਸੀ। ਤੇ ਯਾਦ ਰੱਖੋ ਕਿ ਇਜ਼ਰਾਈਲੀ ਲੋਕ 400 ਸਾਲ ਤੱਕ ਗੁਲਾਮ ਸਨ, ਉਹ ਮਿਸਰ ਦੇ ਵਿੱਚ ਗੁਲਾਮ ਸਨ ਅਤੇ ਮੂਸਾ ਪਰਮੇਸ਼ਵਰ ਦਾ ਜਨ ਸੀਗਾ। ਪਰਮੇਸ਼ਵਰ ਨੇ ਉਹਨੂੰ ਇਸਤੇਮਾਲ ਕੀਤਾ ਕਿ ਉਹ ਲੋਕਾਂ ਨੂੰ ਗੁਲਾਮੀ 'ਚੋਂ ਛੁਡਾ ਕੇ ਲਿਆਵੇ। ਪਰ ਉਸ ਦੀ ਇੱਕ ਸਮੱਸਿਆ ਸੀ ਤੇ ਉਹਦੀ ਸਮੱਸਿਆ ਇਹ ਸੀ ਕਿ ਕਈ ਸਕਾਲਰ ਕਹਿੰਦੇ ਨੇ ਕਿ ਉਹ 30 ਲੱਖ ਲੋਕਾਂ ਦੀ ਅਗਵਾਈ ਕਰ ਰਿਹਾ ਸੀ। ਹੁਣ ਕੋਈ ਬੰਦਾ 30 ਲੱਖ ਲੋਕਾਂ ਦੀ ਅਗਵਾਈ ਕਿਵੇਂ ਕਰ ਸਕਦਾ ਹੈ? ਅਤੇ ਉਹ ਤੇ ਉਹਨਾਂ ਦੇ ਨਾਲ ਗੱਲ ਵੀ ਨਹੀਂ ਸੀ ਕਰ ਸਕਦਾ। ਹੁਣ ਉਹ ਇੰਨੇ ਲੋਕਾਂ ਦੀ ਅਗਵਾਈ ਕਿਵੇਂ ਕਰੇਗਾ? ਅਤੇ ਅਸੀਂ ਵੇਖਦੇ ਹਾਂ ਮੂਸਾ ਦਾ ਸਹੁਰਾ ਜੈਥਰੋ ਉਹਦੇ ਕੋਲ ਆਉਂਦਾ ਹੈ ਤੇ ਉਹਨੂੰ ਇੱਕ ਸਲਾਹ ਦਿੰਦਾ ਹੈ ਜਿਹਨੂੰ ਅਸੀਂ ਕੂਚ ਦੀ ਕਿਤਾਬ ਦੇ ਵਿੱਚ 18:24 ਆਇਤ ਦੇ ਵਿੱਚ ਬਾਈਬਲ ਕਹਿੰਦੀ ਹੈ, ਮੂਸਾ ਨੇ ਆਪਣੇ ਸਹੁਰੇ ਜੈਥਰੋ ਦੀ ਗੱਲ ਮੰਨੀ ਤੇ ਮੂਸਾ ਨੇ ਯੋਗ ਲੋਕਾਂ ਨੂੰ ਸਾਰੇ ਇਜ਼ਰਾਈਲ ਦੇ ਵਿੱਚੋਂ ਚੁਣ ਲਿਆ ਅਤੇ ਉਸਨੇ ਉਹਨਾਂ ਨੂੰ ਮੁਖੀ ਬਣਾਇਆ 1000 ਦੇ ਉੱਤੇ, 100 ਤੇ, 50 ਤੇ 10 ਦੇ ਉੱਤੇ। ਉਸਨੇ ਉਸ ਨੂੰ ਉਹਨਾਂ ਲੋਕਾਂ ਨੂੰ ਛੋਟੇ ਛੋਟੇ ਸਮੂਹਾਂ ਦੇ ਵਿੱਚ ਵੰਡ ਦਿੱਤਾ ਤੇ ਇਹਦੇ ਪਿੱਛੇ ਕਈ ਸਾਰੇ ਕਾਰਨ ਸਨ। ਸਭ ਤੋਂ ਪਹਿਲਾ ਕਾਰਨ ਸੀ ਕਿ ਵਿਵਹਾਰਿਕ ਸੀ, ਤਾਂ ਕਿ ਉਹ ਲੋਕ ਉਹ ਬਣ ਸਕਣ ਜੋ ਉਹਨਾਂ ਨੂੰ ਬਣਨਾ ਚਾਹੀਦਾ ਸੀ, ਤਾਂ ਕਿ ਉਹ ਲੋਕ ਉੱਥੇ ਜਾ ਸਕਣ ਜਿੱਥੇ ਉਹਨਾਂ ਨੂੰ ਜਾਣਾ ਚਾਹੀਦਾ ਸੀ। ਦੂਜੇ ਸ਼ਬਦਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਇੱਕ ਆਰਗੇਨਾਈਜੇਸ਼ਨਲ ਸਟਰਕਚਰ ਚਾਹੀਦਾ ਸੀ। ਪਰ ਇਸ ਦੇ ਪਿੱਛੇ ਕੁਝ ਹੋਰ ਕਾਰਨ ਵੀ ਸੀ ਤੇ ਉਹ ਕਾਰਨ ਸੀ ਆਤਮਿਕ ਕਾਰਨ, ਕਿਉਂਕਿ ਸਾਨੂੰ ਸਭ ਨੂੰ ਉਹ ਬਣਨ ਦੀ ਜ਼ਰੂਰਤ ਹੈ ਜੋ ਪਰਮੇਸ਼ਵਰ ਸਾਨੂੰ ਬਣਾਉਣਾ ਚਾਹੁੰਦਾ ਹੈ। ਅਤੇ ਹੁਣ ਨਵੇਂ ਨੇਮ ਦੇ ਵਿੱਚ ਰਸੂਲਾਂ ਦੇ ਕਰਤੱਵ ਦੇ ਵਿੱਚ ਉਹਦੇ 2 ਅਧਿਆਏ ਦੇ ਵਿੱਚ ਅਸੀਂ ਵੇਖਦੇ ਹਾਂ ਇੱਥੇ ਜਿਵੇਂ ਮੂਸਾ ਦੇ ਸਮੇਂ 'ਚ ਲੋਕ ਵੱਧ ਗਏ ਸਨ, ਇੱਥੇ ਵੀ ਲੋਕ ਵੱਧ ਗਏ। ਇੱਥੇ ਆਮ ਜਿਹੇ ਲੋਕ ਸੀ, ਮੱਛੀਆਂ ਫੜਨ ਵਾਲੇ, ਇਹੋ ਜਿਹੇ ਲੋਕ ਸੀਗੇ ਜਿਹੜੇ ਬਹੁਤੇ ਪੜ੍ਹੇ ਲਿਖੇ ਨਹੀਂ ਸਨ। ਇਹ ਕੋਈ ਰਾਜਨੀਤਿਕ ਲੋਕ ਨਹੀਂ ਸਨ, ਇਹਨਾਂ ਨੂੰ ਲੋਕਾਂ ਨੂੰ ਸੰਭਾਲਣਾ ਨਹੀਂ ਸੀ ਆਉਂਦਾ। ਪਰ ਜਿਸ ਦਿਨ ਪੈਂਤੀਕੁਸਤ ਦੇ ਦਿਨ ਇਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਪਵਿੱਤਰ ਆਤਮਾ ਆਇਆ ਅਤੇ 3000 ਲੋਕ ਜਿਹੜੇ ਸੀ ਉਹ ਪ੍ਰਭੂ 'ਚ ਆ ਗਏ। ਸੋ ਹੁਣ ਉਹ ਕੀ ਕਰਨਗੇ? ਇਹ ਬਹੁਤ ਹੀ ਰੌਚਿਕ ਹੈ ਕਿ ਇੱਥੇ ਲਿਖਿਆ ਉਹ ਘਰੋਂ ਘਰੀ ਜਾਂਦੇ ਸੀਗੇ ਅਤੇ ਉਹ ਰਸੂਲਾਂ ਦੇ ਕਰਤੱਵ 2 ਅਧਿਆਏ 'ਚ ਲਿਖਿਆ ਹੈ
ਕਿ ਉਹ ਆਪਸ ਦੇ ਵਿੱਚ ਸੰਗਤ ਕਰਿਆ ਕਰਦੇ ਸੀ। ਹੁਣ ਇੱਕ ਘਰ ਦੇ ਵਿੱਚ ਤੁਸੀਂ 3000 ਲੋਕਾਂ ਨੂੰ ਇਕੱਠਿਆਂ ਨਹੀਂ ਕਰ ਸਕਦੇ, ਇਹ ਤਾਂ ਅਸੰਭਵ ਹੈ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਛੋਟੇ-ਛੋਟੇ ਸਮੂਹਾਂ 'ਚ ਆਪਣੇ ਆਪ ਨੂੰ ਵੰਡ ਲਿਆ ਤੇ ਉਹ ਘਰਾਂ ਦੇ ਵਿੱਚ ਮਿਲਣ ਲੱਗ ਪਏ। ਉਹ ਇਕੱਠੇ ਰੋਟੀ ਤੋੜਦੇ ਸੀ, ਉਹ ਇਕੱਠੇ ਪ੍ਰਾਰਥਨਾ ਕਰਦੇ ਸੀ, ਉਹ ਇਕੱਠੇ ਹੱਸਦੇ ਸੀ, ਉਹ ਇਕੱਠੇ ਰੋਂਦੇ ਸੀਗੇ, ਉਹ ਇਕੱਠੇ ਵੱਧਦੇ ਸੀ। ਹੁਣ ਇਹ ਉਸ ਸਮੇਂ ਬਹੁਤ ਹੀ ਮਹੱਤਵਪੂਰਨ ਹੋ ਗਿਆ, ਕਿਉਂਕਿ ਤੁਸੀਂ ਵੇਖੋ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਤੁਸੀਂ ਜਾਓ ਅਤੇ ਜਾ ਕੇ ਪੂਰੀ ਦੁਨੀਆ ਦੇ ਲੋਕਾਂ ਨੂੰ ਚੇਲੇ ਬਣਾਓ ਤੇ ਉਹਨਾਂ ਨੂੰ ਉਹ ਗੱਲਾਂ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਉਸ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਚੇਲੇ ਬਣਾਓ, ਜੋ ਦੂਜਿਆਂ ਨੂੰ ਚੇਲੇ ਬਣਾਉਣ, ਜੋ ਅੱਗੇ ਹੋਰਨਾਂ ਨੂੰ ਚੇਲੇ ਬਣਾਉਣ, ਜੋ ਅੱਗੇ ਹੋਰਨਾਂ ਨੂੰ ਚੇਲੇ ਬਣਾਉਣ, ਜੋ ਅੱਗੇ ਹੋਰਨਾਂ ਨੂੰ ਚੇਲੇ ਬਣਾਉਣ। ਤੇ ਇਹਨੂੰ ਕਹਿੰਦੇ ਨੇ ਆਤਮਿਕ ਮਲਟੀਪਲੀਕੇਸ਼ਨ। ਅਤੇ ਇਸ ਦੇ ਵਾਸਤੇ ਸਾਨੂੰ ਕਾਹਦੀ ਜ਼ਰੂਰਤ ਸੀ? ਸਾਨੂੰ ਜ਼ਰੂਰਤ ਸੀਗੀ ਕਿ ਅਸੀਂ ਛੋਟੇ ਸਮੂਹ ਬਣਾਈਏ ਜਿਹਦੇ ਵਿੱਚ ਅਸੀਂ ਇੱਕ ਦੂਜੇ ਦੀ ਸਹਾਇਤਾ ਕਰ ਸਕੀਏ ਅਤੇ ਉਸ ਦੇ ਵਿੱਚ ਇੱਕ ਆਗੂ ਹੋਵੇ ਅਤੇ ਉਹ ਸਾਰੇ ਗਰੁੱਪ ਨੂੰ ਚਲਾ ਸਕੇ ਅਤੇ ਇਸ ਦੇ ਨਾਲ ਉਹ ਗਰੁੱਪ ਚੰਗੀ ਤਰ੍ਹਾਂ ਕੰਮ ਕਰ ਸਕੇ। ਹੁਣ ਕੁਝ ਵਿਵਹਾਰਿਕ ਗੱਲਾਂ ਨੇ ਤੇ ਸਭ ਤੋਂ ਪਹਿਲੀ ਗੱਲ, ਇਸ ਛੋਟੇ ਸਮੂਹ ਦੇ ਵਿੱਚ ਇੱਕ ਵਿਅਕਤੀ ਪ੍ਰਾਰਥਨਾ ਕਰਨਾ ਸਿੱਖ ਸਕਦਾ ਹੈ, ਕਿਉਂਕਿ ਤੁਸੀਂ ਵੇਖੋ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀਗਾ ਤੁਸੀਂ ਯਰੂਸ਼ਲਮ ਦੇ ਠਹਿਰੇ ਰਹੋ ਜਦ ਤੱਕ ਤੁਸੀਂ ਉੱਪਰ ਤੋਂ ਸ਼ਕਤੀ ਨਹੀਂ ਪਾਓਗੇ। ਤੇ ਉਹ ਛੋਟੇ ਕਮਰੇ ਦੇ ਵਿੱਚ ਬੈਠ ਕੇ ਪ੍ਰਾਰਥਨਾ ਕਰ ਰਹੇ ਸੀਗੇ। ਇਹ ਵਿਸ਼ਵਾਸੀਆਂ ਦਾ ਛੋਟਾ ਝੁੰਡ ਪ੍ਰਾਰਥਨਾ ਕਰ ਰਿਹਾ ਸੀ। ਵੇਖੋ ਇਸ ਦੀ ਸ਼ੁਰੂਆਤ ਛੋਟੇ ਪ੍ਰਾਰਥਨਾ ਦੇ ਸਮੂਹ ਤੋਂ ਹੋਈ ਸੀਗੀ ਤੇ ਉਹਨਾਂ ਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤੇ ਪ੍ਰਾਰਥਨਾ ਬਹੁਤ ਹੀ ਜ਼ਰੂਰੀ ਬਣ ਜਾਂਦੀ ਹੈ। ਯੀਸ਼ੂ ਮਸੀਹ ਨੇ ਕਿਹਾ ਜਿੱਥੇ 2 ਜਾਂ 3 ਜਾਣੇ ਮੇਰੇ ਨਾਮ ਦੇ ਵਿੱਚ ਇਕੱਠੇ ਹੋਣਗੇ, ਯੀਸ਼ੂ ਮਸੀਹ ਕਹਿੰਦਾ ਏ ਕਿ ਮੈਂ ਉਹਨਾਂ ਦੇ ਵਿੱਚ ਹੋਵਾਂਗਾ। ਤੁਸੀਂ ਵੇਖੋ ਕੁਝ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਹੈ ਜਦੋਂ 2 3 4 5 10 ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਨੇ। ਤੇ ਜਿਵੇਂ ਪੈਂਤੀਕੁਸਤ ਦੇ ਦਿਨ ਸ਼ਕਤੀ ਜਿਹੜੀ ਸੀਗੀ ਪਵਿੱਤਰ ਆਤਮਾ ਉਹਨਾਂ ਤੇ ਆਇਆ, ਇਸੇ ਤਰ੍ਹਾਂ ਲਗਾਤਾਰ ਪ੍ਰਭੂ ਕਰ ਰਿਹਾ ਹੈ। ਉਹ ਜਦ ਵੀ ਛੋਟੇ ਘਰਾਂ ਦੇ ਵਿੱਚ ਸਮੂਹਾਂ 'ਚ ਮਿਲਦੇ ਸੀਗੇ, ਉਹ ਪ੍ਰਾਰਥਨਾ ਕਰਦੇ ਸੀ, ਉਹ ਪਰਮੇਸ਼ਵਰ ਦਾ ਚਿਹਰਾ ਲੱਭਦੇ ਸੀਗੇ। ਤੇ ਮੈਂ ਵਿਸ਼ਵਾਸ ਕਰਦਾ ਇੱਥੇ ਸਭ ਤੋਂ ਵੱਡੀ ਕੁੰਜੀ ਇਹ ਕਿ ਇੱਕ ਛੋਟੇ ਸਮੂਹ ਦੇ ਵਿੱਚ ਕੀ ਹੋਣਾ ਚਾਹੀਦਾ ਹੈ। ਇੱਕ ਛੋਟੇ ਸਮੂਹ ਦੇ ਵਿੱਚ ਪ੍ਰਾਰਥਨਾ ਹੋਣੀ ਚਾਹੀਦੀ ਹੈ ਅਤੇ ਪਰਮੇਸ਼ਵਰ ਨੇ ਉੱਥੇ ਵੱਡਾ ਕੰਮ ਕੀਤਾ। ਸੋ ਮੁੱਖ ਕੰਮ ਜਿਹੜਾ ਹੈ ਉਹ ਪ੍ਰਾਰਥਨਾ ਹੋਣਾ ਚਾਹੀਦਾ ਹੈ। ਪਰ ਇੱਕ ਗੱਲ ਹੋਰ ਸੀ, ਉਹ ਸੰਗਤੀ ਵੀ ਕਰਦੇ ਸੀ। ਉਹ ਇੱਕ ਦੂਜੇ ਨੂੰ ਮਿਲਦੇ ਸੀਗੇ, ਉਹ ਰੋਟੀ ਤੋੜਦੇ ਸੀਗੇ ਅਤੇ ਇੱਕ ਬਹੁਤ ਹੀ ਸੁਭਾਵਿਕ ਜੀ ਇੱਕ ਸੰਗਤੀ ਸੀ। ਇਹ ਕੋਈ ਧਾਰਮਿਕ ਤਰ੍ਹਾਂ ਦੀ ਸੰਗਤੀ ਨਹੀਂ ਸੀ, ਪਰ ਇੱਕ ਬਹੁਤ ਹੀ ਜ਼ਬਰਦਸਤ ਇੱਕ ਦੂਜੇ ਨੂੰ ਮਿਲਣਾ ਹੁੰਦਾ ਸੀ। ਅਤੇ ਤੁਸੀਂ ਵੇਖੋ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਜਦ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ, ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਜਦੋਂ ਉਹ ਸੰਘਰਸ਼ ਕਰਦੇ ਨੇ। ਅਸੀਂ ਸੰਘਰਸ਼ਾਂ ਨੂੰ ਵੰਡ ਸਕਦੇ ਹਾਂ, ਅਸੀਂ ਜਿੱਤਾਂ ਨੂੰ ਵੰਡ ਸਕਦੇ ਹਾਂ। ਇੱਕ ਵਿਅਕਤੀ ਸੰਘਰਸ਼ ਕਰ ਰਿਹਾ ਹੋਵੇਗਾ, ਦੂਜਾ ਵਿਅਕਤੀ ਜਿੱਤ ਰਿਹਾ ਹੋਵੇਗਾ, ਅਸੀਂ ਇਹਨਾਂ ਚੀਜ਼ਾਂ ਨੂੰ ਵੰਡ ਸਕਦੇ ਹਾਂ। ਇੱਕ ਛੋਟੇ ਸਮੂਹ 'ਚ ਤੁਸੀਂ ਬੜੇ ਸੁਭਾਵਿਕ ਜਿਹੇ ਤਰੀਕੇ ਦੇ ਨਾਲ ਉਹ ਵੰਡ ਸਕਦੇ ਹੋ ਜਿਹਦੇ ਵਿੱਚੋਂ ਦੀ ਤੁਸੀਂ ਨਿਕਲ ਰਹੇ ਹੋ। ਤੁਸੀਂ ਆਪਣੀਆਂ ਗਵਾਹੀਆਂ ਬੜੇ ਸੁਭਾਵਿਕ ਤਰੀਕੇ ਨਾਲ ਦੇ ਸਕਦੇ ਹੋ, ਤੁਸੀਂ ਆਪਣੇ ਸੰਘਰਸ਼ਾਂ ਬਾਰੇ ਦੱਸ ਸਕਦੇ ਹੋ, ਤੁਸੀਂ ਆਪਣੀਆਂ ਜਿੱਤਾਂ ਬਾਰੇ ਉੱਥੇ ਵੰਡ ਸਕਦੇ ਹੋ। ਇਸ ਕਰਕੇ ਇੱਕ ਬੜੇ ਸਧਾਰਨ ਤਰੀਕੇ ਦੇ ਨਾਲ ਅਸੀਂ ਛੋਟੇ ਸਮੂਹਾਂ ਦੇ ਵਿੱਚ ਵੰਡ ਸਕਦੇ ਹਾਂ। ਉਹ ਇੱਕ ਦੂਜੇ ਨਾਲ ਵੰਡਦੇ ਸੀ, ਰੋਂਦੇ ਸੀ, ਹੱਸਦੇ ਸੀਗੇ। ਅਸੀਂ ਆਪਸ ਦੇ ਵਿੱਚ ਉਹ ਸੰਗਤੀ ਕਰਿਆ ਕਰਦੇ ਸੀ, ਪਰ ਫਿਰ ਉਹ ਸੰਗਤੀ ਤੋਂ ਬਿਨਾਂ ਇੱਕ ਹੋਰ ਕੰਮ ਕਰਦੇ ਸੀ। ਉਹ ਇੱਕ ਦੂਜੇ ਦੇ ਨਾਲ ਪਰਮੇਸ਼ਵਰ ਦਾ ਵਚਨ ਵੰਡਦੇ ਸੀ। ਅਤੇ ਇੱਕ ਸਮਾਂ ਹੁੰਦਾ ਸੀਗਾ ਜਦ ਉਹ ਵਚਨ ਦੇ ਵਿੱਚੋਂ ਸਿੱਖਦੇ ਸੀਗੇ, ਉਹ ਰੋਟੀ ਤੋੜਦੇ ਸੀਗੇ, ਪਰ ਉਸ ਤੋਂ ਬਾਅਦ 'ਚ ਉਹ ਪਰਮੇਸ਼ਵਰ ਦੇ ਵਚਨ ਦੀ ਰੋਟੀ ਵੀ ਖਾਂਦੇ ਸੀ। ਮੈਂ ਸੋਚਦਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਪਰਮੇਸ਼ਵਰ ਦਾ ਵਚਨ ਸਿੱਖੀਏ। ਇਹ ਕੇਂਦਰ ਹੋਣਾ ਚਾਹੀਦਾ। ਇਸੇ ਕਰਕੇ ਸਾਡੇ ਕੋਲ ਇੱਕ ਗਰੁੱਪ ਦੇ ਵਿੱਚ ਲੀਡਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਵਚਨ ਸਿਖਾ ਸਕੇ। ਤੁਹਾਡੇ ਕੋਲ ਇਹੋ ਜਿਹੇ ਵੀਡੀਓ ਹੋ ਸਕਦੇ ਨੇ, ਪਰ ਇਹ ਜ਼ਰੂਰੀ ਹੈ ਕਿ ਵਚਨ ਸਿੱਖੀਏ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਮਨੁੱਖ ਕੇਵਲ ਰੋਟੀ ਦੇ ਨਾਲ ਜਿਉਂਦਾ ਨਹੀਂ ਰਹਿੰਦਾ, ਪਰੰਤੂ ਹਰ ਉਸ ਵਚਨ ਦੇ ਨਾਲ ਜਿਉਂਦਾ ਰਹਿੰਦਾ ਜਿਹੜਾ ਪ੍ਰਭੂ ਦੇ ਮੂੰਹ 'ਚੋਂ ਨਿਕਲਦਾ। ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਲਗਾਤਾਰ ਰੋਜ਼ਾਨਾ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਲਵੋ ਅਤੇ ਇੱਕ ਛੋਟੇ ਸਮੂਹ ਦੇ ਸੰਦਰਭ 'ਚ ਤੁਸੀਂ ਇਹ ਕਰ ਸਕਦੇ ਹੋ।
ਅਤੇ ਜੇਕਰ ਤੁਹਾਡੇ ਕੋਲ ਸਵਾਲ ਨੇ ਜਿਹੜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਹਮੇਸ਼ਾ ਆਪਣੇ ਛੋਟੇ ਸਮੂਹ ਦੇ ਵਿੱਚ ਉਹਨਾਂ ਸਵਾਲਾਂ ਨੂੰ ਪੁੱਛ ਸਕਦੇ ਹੋ। ਤੇ ਮੈਂ ਇਹ ਵੇਖਿਆ ਹੈ ਕਿ ਜਿਹੜੇ ਛੋਟੇ ਸਮੂਹ ਨੇ ਉਹ ਸਾਡੀ ਅੱਗੇ ਵਧਣ ਦੇ ਵਿੱਚ ਮਦਦ ਬਹੁਤ ਕਰਦੇ ਨੇ। ਮੈਂ ਜਰਮਨੀ ਦੇ ਵਿੱਚ ਪਾਸਟਰ ਸੀ ਤੇ ਉੱਥੇ ਮੈਂ ਇਸ ਗੱਲ ਨੂੰ ਵੇਖਿਆ ਕਿ ਸਾਡੇ ਚਰਚ ਦੇ ਵਿੱਚ ਲੋਕਾਂ ਨੇ ਛੋਟੇ ਸਮੂਹਾਂ 'ਚ ਮਿਲਣਾ ਸ਼ੁਰੂ ਕਰ ਦਿੱਤਾ ਤੇ ਇੱਕ ਦੂਜੇ ਨੂੰ ਸਿਖਾਉਣਾ ਸ਼ੁਰੂ ਕੀਤਾ ਤੇ ਸਾਡਾ ਚਰਚ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਵਧਿਆ ਸੀ, ਕਿਉਂਕਿ ਇਹਨਾਂ ਛੋਟੇ ਸਮੂਹਾਂ ਦੇ ਬਾਰੇ 'ਚ ਕੁਝ ਬਹੁਤ ਹੀ ਜ਼ਬਰਦਸਤ, ਕੁਝ ਬਹੁਤ ਹੀ ਤਾਕਤਵਰ, ਕੁਝ ਬਹੁਤ ਹੀ ਸੁੰਦਰ ਹੁੰਦਾ ਹੈ। ਇਸ ਕਰਕੇ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ ਇਸ ਛੋਟੇ ਸਮੂਹਾਂ ਦੇ ਉੱਤੇ ਇਸ ਪੂਰੇ ਹਫਤੇ ਦੇ ਵਿੱਚ ਤੁਹਾਡੇ ਨਾਲ ਵੀਡੀਓਜ਼ ਦੇ ਵਿੱਚ ਵੰਡਾਂਗਾ ਕਿ ਤੁਸੀਂ ਛੋਟੇ ਸਮੂਹਾਂ ਦਾ ਹਿੱਸਾ ਬਣੋ ਤਾਂ ਕਿ ਤੁਸੀਂ ਜ਼ਿੰਦਗੀ 'ਚ ਉਹ ਬਣ ਸਕੋ ਜੋ ਪ੍ਰਭੂ ਤੁਹਾਨੂੰ ਬਣਾਉਣਾ ਚਾਹੁੰਦਾ ਹੈ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਮੈਂ ਫਿਰ ਤੋਂ ਤੁਹਾਡੇ ਨਾਲ ਮਿਲਾਂਗਾ।